ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਜ਼ਰ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ, ਉਹਨਾਂ ਨਾਲ ਗੱਲਬਾਤ ਹੋਵੇਗੀ। ਪੱਟੀ ਸਾਹਿਬ ਦਾ ਸਵਾਗਤ ਕਰਦੇ ਹਾਂ ਅੱਜ ਦੀ ਇਸ ਮਹਿਫਲ ਦੀ। ਪੱਟੀ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਬੜੀ ਕਿਰਪਾ ਜੀ ਬਾਬੇ ਜੀ। ਕੁੰਵਰ ਪ੍ਰਤਾਪ ਸਿੰਘ ਉਹਨਾਂ ਨੇ ਝਾੜੂ ਫੜ ਲਿਆ, ਫੇਰ ਨੇ ਚੰਗਾ ਫੜ ਲਿਆ ਜੀ, ਫੜ ਲਿਆ। ਹਾਂਜੀ ਜੀ ਫੇਰ ਨੇ ਚੰਗਾ ਝਾੜੂ। ਦੇਖੋ ਜੀ, ਫੇਰਦੇ ਕਿ ਨਹੀਂ ਫੇਰਦੇ, ਕਿਉਂਕਿ ਜਿਹੜੀ ਹੁੰਦੀ ਨਾ ਆਮ ਤੌਰ ਤੇ ਆਫੀਸ਼ੀਅਲ ਮਸ਼ੀਨਰੀ ਜਾਂ ਰਿਜੈਕਟਿਵ ਜਾਂ ਲੈ ਲਓ ਤੇ 2 ਤੋਂ 2 4 ਤੇ ਸਿਆਸਤ ਦੇ 2 ਤੋਂ 2 10 ਵੀ ਹੋ ਸਕਦਾ, 8 ਵੀ ਹੋ ਸਕਦਾ, ਤੇ 2 ਤੋਂ 3 2 ਤੋਂ 4 2 ਤੋਂ 2 3 ਵੀ ਹੋ ਸਕਦਾ। ਇਸ ਕਰਕੇ ਇੱਥੇ ਜਿਹੜੀ ਸਿਚੁਏਸ਼ਨ ਕੁਛ ਹੋਰ ਤਰ੍ਹਾਂ ਹੁੰਦੀ। ਅੱਜ ਤੁਹਾਡੀ ਪੀਕ ਤੇ ਗੁੱਡੀ ਹੋਵੇ ਨਾ, ਅਗਲੇ ਦਿਨ ਪਤਾ ਨਹੀਂ ਕਿਹੜੀ ਗਲਤੀ ਹੋ ਜਿਹੜੀ ਤੇ ਸਾਰਾ ਦਿਨ ਪੱਠਾ ਪੈ ਜਾਂਦਾ। ਬਿਲਕੁਲ 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 ਬਿਲਕੁਲ। ਇੱਕ ਲਫ਼ਜ਼ ਵੀ ਬੰਦਾ ਜਿਹੜਾ ਨਹੀਂ, ਮੈਂ ਹੁਣ ਜਦੋਂ ਇੱਕ ਲਫ਼ਜ਼ ਅੱਗੇ ਪਿੱਛੇ ਬਿਲਕੁਲ 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 ਆਰਟੀਕਲ ਪੜ੍ਹੀ ਦੇ ਆ, ਬੜਾ 3-4 ਵਾਰੀ ਪੜ੍ਹ ਕੇ ਫਿਰ ਬੈਠੀ ਦਾ ਲਾਈਵ। ਇਹ ਕਦੀ ਕਿਤੇ ਗਲਤੀ ਹੋ ਜਾਂਦੀ ਹੈ ਤੇ ਫਿਰ ਬੰਦਾ ਗਾਂਹ ਗਲਤੀਆਂ ਕਰਨੀ ਸ਼ੁਰੂ ਕਰ ਦਿੰਦਾ ਹੈ ਨਾ। ਬੜੀ ਕੋਸ਼ਿਸ਼ ਕਰੀਦੀ ਹੈ। ਇੱਕ ਲਾਈਵ ਆਰਟੀਕਲ ਪੜ੍ਹਨਾ ਸੌਖਾ ਨਹੀਂ, ਤੇ ਉਹਦੇ 'ਚ ਇੱਕ ਗਲਤੀ ਹੋ ਜਾਵੇ ਤੇ ਬੰਦਾ ਉਟਕ ਜਾਂਦਾ ਤੇ ਫਿਰ ਗਲਤੀਆਂ ਕਰਦਾ ਹੈ। ਬਿਲਕੁਲ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਗੁੱਡੀ ਐਨ ਪੀਕ ਤੇ ਚੜੀ ਹੋਵੇ ਤੇ ਇੱਕ ਨਿੱਕੀ ਜਿਹੀ ਗਲਤੀ ਬੁਰਾ ਹਾਲ ਕਰ ਦਿੰਦੀ ਹੈ। ਖੈਰ ਵੇਖੋ, ਪੱਟੀ ਸਾਹਿਬ ਮੈਂ ਵੇਖ ਰਿਹਾ ਸੀ ਖਬਰ ਕਿ ਯੋਗਾ ਦਿਵਸ ਮਨਾਇਆ ਗਿਆ ਔਰ ਉਹਦੀ ਚਰਚਾ ਬੜੀ ਹੋ ਰਹੀ ਹੈ ਕਿ ਇੱਕ ਮੁਸਲਮਾਨ ਭਾਈਚਾਰੇ ਉਹ ਆਈ ਥਿੰਕ ਆਪਣੇ ਧਰਮ ਦੇ ਮੁਤਾਬਕ ਜਿਵੇਂ ਉਹ ਹਾਂਜੀ ਤੇ ਉਹ ਆਪਣੇ ਧਰਮ ਦੇ ਵਿੱਚ ਪੱਕੇ ਨੇ, ਉਹ ਆਪਣੇ ਧਰਮ ਦੇ ਮੁਤਾਬਕ ਉਹ ਅੱਲਾ ਨੂੰ ਯਾਦ ਕਰਨਾ ਚਾਹੁੰਦੇ ਨੇ, ਹੈ ਨਾ। ਸੋ ਤੇ ਕਾਫੀ ਰੌਲਾ ਪੈ ਰਿਹਾ ਹੁਣ, ਤੁਸੀਂ ਦੇਖਿਆ ਹੋਣਾ। ਕਾਂਗਰਸ ਦੇ ਵੀ ਤੇ ਔਰ ਭਾਜਪਾ ਦੇ ਵੀ ਤੇ ਸਿੰਘ ਫਸੇ ਨੇ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਧਾਰਮਿਕ ਤੌਰ ਤੇ ਸਿੰਘ ਫਸਾਉਣ ਦੀ ਗੱਲ ਆ ਜੀ, ਇਹ ਸਿਆਣਪ ਵਾਲੀ ਗੱਲ ਨਹੀਂ। ਜੇ ਉਹ ਆਪਣੇ ਧਰਮ ਦੇ ਹਿਸਾਬ ਨਾਲ ਅੱਲਾ ਨੂੰ ਕਹੀ ਜਾਂਦੇ ਤੇ ਕਹੀ ਜਾਂਦੇ, ਤੁਹਾਨੂੰ ਮਿਲੋ ਨਾ ਤੁਸੀਂ ਜੋ ਕਹਣਾ, ਜੋ ਤੁਸੀਂ ਕਹਿ ਲਓ। ਹੁਣ ਸਾਡੇ ਜਿਹੜੇ ਲੋਕ ਨੇ ਵਾਹਿਗੁਰੂ 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 ਆਮ ਤੌਰ ਤੇ ਜਿਹੜੇ ਉਹ ਕਰਦੇ ਨੇ, ਕਿਉਂ ਰੋਕਦੇ? ਕਿਸੇ ਤੁਸੀਂ ਜੋ ਕਹਿੰਦਾ ਕਹੀ ਜਾਂਦੇ। ਤੁਸੀਂ ਇਸ ਚੀਜ਼ ਨੂੰ ਮੁੱਦਾ ਬਣਾਉਣਾ ਜਾਂ ਇਸ਼ੂ ਬਣਾਉਣਾ ਜਿਹੜਾ ਵਾ, ਉਹ ਇੱਕ ਸਮਾਜ ਦੇ ਵਿੱਚ ਅਸਾਵਾਂ ਪੈਦਾ ਕਰਨ ਦੀ ਗੱਲ ਹੈ। ਪਹਿਲੀ ਗੱਲ ਤੇ ਜੋ ਕਿਸੇ ਨੇ ਕਰਨਾ ਤੇ ਕਰੇ, ਕਿਸੇ ਨੇ ਨਹੀਂ ਕਰਨਾ ਤੇ ਬੇਸ਼ੱਕ ਨਾ ਕਰੇ। ਸਾਡੇ ਸਿੱਖ ਧਰਮ ਦੇ ਵਿੱਚ ਯੋਗ ਜ਼ਰੂਰੀ ਨਹੀਂ, ਲੋਕ ਕਰਦੇ ਨੇ। ਲੇਕਿਨ ਸਾਡੇ ਕੋਲ ਤੇ ਮੋਸਟ ਜਿਹੜਾ ਮਾਰਸ਼ਲ ਆਰਟ ਹੈਗਾ, ਮਾਰਸ਼ਲ ਆਰਟ ਜਦੋਂ ਤੁਸੀਂ ਗੱਤਕਾ ਖੇਡਦੇ ਹੋ, ਤੁਹਾਡੇ ਸਰੀਰ ਦੇ ਹਰ ਅੰਗ ਦੀ ਐਕਸਰਸਾਈਜ਼ ਹੁੰਦੀ, ਉਹਦੇ ਵਿੱਚ ਹਰ ਅੰਗ ਦੀ ਐਕਸਰਸਾਈਜ਼, ਤੇ ਉਹਦੇ ਵਿੱਚ ਫਿਰ ਆਮਣੇ ਸਾਹਮਣੇ ਹੁੰਦੀ ਗੱਲ। ਪਤਾ ਹੁੰਦਾ ਕਿ ਜੇ ਕਿਤੇ ਮੈਂ ਮਾੜਾ ਜਿਹਾ ਧਿਆਨ ਨਾਲ ਕੀਤਾ ਤੇ ਮੇਰੀ ਢੂਈ ਦੇ ਵਿੱਚ ਨਹੀਂ। ਯੋਗਾ ਦੇ ਵਿੱਚ ਚੀਜ਼ਾਂ ਨਹੀਂ ਹੈਗੀਆਂ। ਇਸ ਕਰਕੇ ਜੋ ਕਿ ਵਿਅਕਤੀ ਆਪਣੇ ਧਰਮ ਦੇ ਮੁਤਾਬਕ ਕਰਨਾ ਚਾਹੁੰਦਾ, ਜੋ ਕਰਨਾ ਚਾਹੁੰਦਾ, ਜੋ ਕਿਸੇ ਦੀ ਖਰੀਦੀ ਹੋਈ ਵਸਤੂ ਨਹੀਂ, ਜਿਹੜਾ ਕਵੇ ਨਹੀਂ ਸੀ ਜੋ ਕਿ ਉਹ ਕੁਛ ਕਰੋ। ਇਸ ਕਰਕੇ ਮੁਸਲਮਾਨਾਂ ਨੂੰ ਰੋਕਣਾ ਮੈਂ ਸੋਚਦਾ ਕਿ ਸਿਆਣਪ ਨਹੀਂ ਹੈਗੀ। ਕੋਈ ਓਮ ਕਹੀ ਜਾਵੇ, ਕੋਈ ਅੱਲਾ ਕਹੀ ਜਾਵੇ, ਰਾਜ ਮੈਂ ਤਾਂ ਰੱਬ ਦਾ ਨਾ ਹੀ ਹੈ, ਕੋਈ ਨਾ ਹੀ ਵੱਖ ਵੱਖ ਗੱਲ ਤੇ ਇੱਕੋ ਹੀ ਹੈ। ਤੁਸੀਂ ਜਿੰਨੇ ਵੀ ਮੰਦਿਰ ਲੈ ਲਓ, ਜਿੰਨੇ ਵੀ ਗੁਰਦੁਆਰੇ ਲੈ ਲਓ, ਚਰਚ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਥੱਲੇ ਉਹਦੀ ਬਿਲਡਿੰਗ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, ਅਖੀਰ ਦੇ ਉੱਪਰ ਇੱਕੋ ਹੀ ਇੱਕ ਬੋਦੀ ਨਿਕਲੀ ਹੁੰਦੀ ਆ। ਉਹ ਸਭ ਇੱਕ ਬਰਾਬਰ ਹੁੰਦੀ ਹੈ, ਇੱਕੋ ਹੀ ਬੋਦੀ ਥੱਲੇ ਹੁੰਦੀ। ਉਹਦਾ ਮਤਲਬ ਇਹੋ ਨਹੀਂ ਪੱਲਾ ਇੱਕੋ ਹੀ ਆ, ਰਾਮ ਇੱਕੋ ਹੀ ਆ, ਸਭ ਕੁਛ ਇੱਕੋ ਹੀ ਹੈ, ਕੋਈ ਗੱਲ ਨਹੀਂ। ਰਵਨੀਤ ਬਿੱਟੂ ਜਿਹੜਾ ਹੈ ਚਰਚਾ ਦੇ ਵਿੱਚ ਹੈ, ਉਸਨੇ ਮੰਗੀ ਹੈ SC ਕਮਿਸ਼ਨ ਕੋਲੋਂ ਮਾਫੀ। ਮਾਮਲਾ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੀ ਵਿਧਾਨ ਸਭਾ ਸੀਟਾਂ ਦਾ ਕਾਫੀ ਚਰਚਾ 'ਚ ਰਹੀ ਹੈ। ਹਾਂਜੀ, ਅਨੰਦਪੁਰ ਸਾਹਿਬ ਦੀ ਵਿਧਾਨ ਸਭਾ ਦੀ ਸੀਟ, ਕੀ ਕਹਿਣਾ ਚਾਹੋਗੇ? ਰਵਨੀਤ ਬਿੱਟੂ ਜਿਹੜਾ ਸੀ ਉਹ ਪੰਜਾਬ ਦਾ SC ਕਮਿਸ਼ਨ ਕੋਲੇ ਪੇਸ਼ ਹੋਇਆ। ਉਹ ਬੀਬੀ ਤਜਿੰਦਰ ਕੌਰ ਦੇ ਕੋਲ ਪੇਸ਼ ਹੋਇਆ ਵਾ ਤੇ ਬੀਬੀ ਤਜਿੰਦਰ ਕੌਰ ਕੋਲ ਉਹਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਕਿ ਮੇਥੋਂ ਗਲਤੀ ਹੋਈ ਆ, ਮੇਰਾ ਇਹੋ ਜਿਹਾ ਕੋਈ ਮਕਸਦ ਨਹੀਂ ਸੀਗਾ, ਮੈਂ ਆਪਣੀ ਗਲਤੀ ਕਬੂਲ ਕਰਦਾ। ਉਹਦੇ ਕੋਲ ਬਾਕੀ ਰਸਤਾ ਵੀ ਨਹੀਂ ਰਹਿ ਗਿਆ, ਕਿਉਂਕਿ ਥਾਂ ਤੇ ਥਾਣਿਆਂ ਦੇ ਵਿੱਚ ਦੇ ਖਿਲਾਫ ਐਪਲੀਕੇਸ਼ਨ ਦਿੱਤੀਆਂ ਗਈਆਂ ਵਾ।
ਹੁਣ ਸਵਾਲ ਇਹ ਪੈਦਾ ਹੁੰਦਾ, ਬੀਬੀ ਨੇ ਕਹਿਤਾ ਵੀ 2 ਦਿਨਾਂ ਦੇ ਵਿੱਚ ਤੁਸੀਂ ਇਹਦੇ ਬਾਰੇ ਜੋ ਦੇਣਾ ਉਹ ਲਿਖਤੀ ਤੌਰ ਤੇ ਦਿਓ, ਜ਼ਬਾਨੀ ਕਲਾਮੀ ਕੁਛ ਮਨਜ਼ੂਰ ਨਹੀਂ। ਜਿਹੜਾ ਨੈਸ਼ਨਲ ਕੌਮੀ ਕਮਿਸ਼ਨ ਆ, SC ST ਕਮਿਸ਼ਨ, ਜਦੋਂ ਉਹਦੇ ਅੱਗੇ ਜਾ ਕੇ ਪੇਸ਼ ਹੋਣਾ, ਉੱਥੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਉਹ ਨਹੀਂ ਪਤਾ। ਇਸ ਲਈ ਸਰਕਾਰ ਆਪਣੀ ਤੇ ਕਮਿਸ਼ਨ ਆਪਣਾ ਜੋ ਕਹਿਤਾ ਉਹਨਾਂ ਮੰਨ ਲਿਆ। ਉੱਪਰ ਸਾਪਲਾ ਸਾਹਿਬ ਨੇ ਜਿਹੜੇ ਕੌਮੀ ਕਮਿਸ਼ਨ ਚੇਅਰਮੈਨ ਨੇ, ਉਹ ਪੰਜਾਬ ਦੀ ਸਾਈਕੀ ਨੂੰ ਵੀ ਜਾਣਦੇ ਨੇ, ਬਿੱਟੂ ਨੂੰ ਜਾਣਦੇ ਤੇ ਬਿੱਟੂ ਦੇ ਪਰਿਵਾਰ ਨੂੰ ਵੀ ਜਾਣਦੇ ਆ। ਹੁਣ ਉਹ ਉੱਥੇ ਸਿਆਸੀ ਕਿਹੜੇ ਕੱਢਦੇ ਆ, ਜਾ ਕੇ ਬਿਨਾਂ ਸ਼ਰਤ ਮਾਫੀ ਮੰਗਣ ਤੇ ਵੀ ਮਾਫੀ ਦੇ ਦਿੰਦੇ। ਇਹ ਹੁਣ ਕੌਮੀ ਕਮਿਸ਼ਨ ਫੈਸਲਾ ਕਰੇਗਾ। ਹਾਲ ਦੀ ਘੜੀ ਜਿਹੜੀ ਬਿੱਟੂ ਤੇ ਤਲਵਾਰ ਲਟਕਦੀ ਸੀ ਉਹ ਟਲ ਗਈ ਆ। ਉਹਨੂੰ ਕਹਿਤਾ ਵੀ 2 ਦਿਨਾਂ ਤੋਂ ਲਿਖਤੀ ਤੌਰ ਤੇ ਆਪਣਾ ਜੋ ਵੀ ਤੂੰ ਕਹਿਣਾ ਚਾਹੁੰਦਾ ਵਾ, ਤੇਰੀ ਜ਼ਬਾਨੀ ਕਲਾਮੀ ਕੋਈ ਗੱਲ ਕਬੂਲ ਨਹੀਂ ਕੀਤੀ ਜਾਏਗੀ ਜੀ। 9058131320 905 813 1320 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਦੋਸਤੋ ਮੈਂ ਇੱਕ IPTV ਬਾਕਸ ਬਾਰੇ ਦੱਸਣਾ ਚਾਹੁੰਦਾ ਕਿ ਕਈਆਂ ਥਾਵਾਂ ਤੋਂ ਤੁਸੀਂ IPTV ਬਾਕਸ ਲਏ ਨੇ। ਬੇਸਿਕਲੀ ਵੈਸੇ ਤਾਂ ਇਹ ਧੱਕਾ ਤੁਹਾਡੇ ਨਾਲ ਧੱਕਾ ਇਸ ਕਰਕੇ ਕਿ ਤੁਸੀਂ ਪੈਸੇ ਦੇ ਕੇ IPTV ਬਾਕਸ ਬਾਈ ਕੀਤਾ। ਬਹੁਤ ਸਾਰੀਆਂ ਕੰਪਨੀਆਂ ਡੀਲ ਕਰਦੀਆਂ ਹੁੰਦੀਆਂ, ਜਿਵੇਂ ਆਪਾਂ ਆਈਫੋਨ ਲੈਂਦੇ ਹਾਂ ਜਾਂ ਸੈਮਸੰਗ ਦਾ ਲੈਂਦੇ ਹਾਂ ਜਾਂ ਹੋਰ ਕੋਈ ਫੋਨ ਆਉਂਦਾ, ਉਹ ਡੀਲ ਦੇ ਨਾਲ ਸਾਨੂੰ 2 ਸਾਲ ਵਾਸਤੇ ਆਪਣਾ ਜਿਹੜਾ ਹੈ ਉਹ ਫੋਨ ਦਿੰਦੇ ਨੇ ਵੀ ਤੁਸੀਂ ਕਿਤੇ ਸਵਿਚ ਨਹੀਂ ਕਰ ਸਕਦੇ। ਉਹ ਸਾਡਾ ਉਹਨਾਂ ਨਾਲ ਕੌਂਟਰੈਕਟ ਹੈ, ਫ੍ਰੀ ਫੋਨ ਦਿੱਤਾ ਉਹਨਾਂ ਨੇ, ਜ਼ੀਰੋ ਤੇ ਜਾਂ ਕੁਝ ਪੈਸੇ ਲੈ ਕੇ ਦਿੰਦੇ ਨੇ। ਉਹ ਨਾਲ ਕੌਂਟਰੈਕਟ ਕਰਦੇ ਨੇ, ਸਾਈਨ ਕਰਾਉਂਦੇ ਸਾਡੇ ਕੋਲ, ਅਸੀਂ ਸਾਈਨ ਕਰਦੇ ਹਾਂ। ਅਸੀਂ ਆਪਣਾ ਵੀਜ਼ਾ ਕਾਰਡ, ਮਾਸਟਰ ਕਾਰਡ ਸਾਰਾ ਕੁਝ ਦਿੰਦੇ ਉਹਨਾਂ ਨੂੰ, ਅਤੇ 2 ਸਾਲ ਬਾਅਦ ਉਹ ਸਾਨੂੰ ਫ੍ਰੀ ਕਰ ਦਿੰਦੇ ਵੀ ਤੁਸੀਂ ਜਿੱਥੇ ਮਰਜ਼ੀ ਆਪਣਾ ਫੋਨ ਜਿਹੜਾ ਹੈ ਉਸ ਨੂੰ ਵਰਤ ਸਕਦੇ ਹੋ, ਅਨਲੌਕ ਕਰਵਾ ਸਕਦੇ ਹੋ। ਕਰਵਾ ਕੇ ਫਿਰ ਆਪਾਂ ਜਿਹੜੀ ਮਰਜ਼ੀ ਕੰਪਨੀ ਨਾਲ ਲੈ ਲੈਂਦੇ ਹਾਂ। ਇਹ ਤਾਂ ਹੋ ਗਿਆ ਸਾਡਾ ਕੰਟਰੈਕਟ ਦੇ ਆਧਾਰ 'ਤੇ। ਜਦੋਂ ਤੁਸੀਂ ਮੰਨ ਲਓ ਕਿ ਮੇਰੇ ਕੋਲ ਨਵਾਂ IPTV ਬਾਕਸ ਲੈ ਰਹੇ ਹੋ ਅਤੇ ਮੇਰਾ ਉਹਦੇ ਉੱਤੇ ਕੋਈ ਹੱਕ ਨਹੀਂ ਕਿ ਮੈਂ ਉਹਨੂੰ ਲੌਕ ਕਰਾਂ ਜਾਂ ਉਹਦੇ 'ਚ ਇਹੋ ਜਿਹਾ ਸੌਫਟਵੇਅਰ ਪਾ ਕੇ ਦੇਵਾਂ ਕਿ ਤੁਸੀਂ ਮੇਰੇ ਕੋਲ ਹੀ ਆਓ ਅਤੇ ਮੈਨੂੰ $20 ਮਹੀਨੇ ਦੇ ਦਿਓ ਜਾਂ $15 ਦਿਓ ਮੇਰੇ ਕੋਲ। ਉਹ ਸਿੱਧਾ ਤੁਹਾਡੇ ਨਾਲ ਧੱਕਾ ਹੈ। ਤੁਸੀਂ IPTV ਬਾਕਸ ਰੈਂਟ ਨਹੀਂ ਕੀਤਾ ਜਾਂ ਤੁਸੀਂ ਉਹਦੇ ਕੋਲ ਫ੍ਰੀ ਨਹੀਂ ਲਿਆ, ਪੈਸੇ ਦੇ ਕੇ ਜਿੰਨੀ ਵੀ ਰਕਮ ਆ ਦੇ ਕੇ ਲਿਆ, ਉਹਦੇ ਉੱਤੇ ਤੁਸੀਂ ਸਰਵਿਸ ਦੇ ਪੈਸੇ ਦੇ ਰਹੇ ਹੋ। ਇਸ ਕਰਕੇ ਕੀਤਾ ਜਾ ਰਿਹਾ ਕਿ ਤੁਸੀਂ ਕਿਤੇ ਹੋਰ ਥਾਂ 'ਤੇ ਨਾ ਜਾਓ ਅਤੇ ਤੁਸੀਂ ਉਹਨਾਂ ਨੂੰ ਬਸ $20 $25 $15 ਦੇ ਹੀ ਜਾਓ ਮਹੀਨੇ ਦੇ, ਜਦੋਂ ਕਿ ਉਹੀ ਸਰਵਿਸ ਤੁਸੀਂ ਅੱਧੇ ਰੇਟ 'ਤੇ ਸਾਡੇ ਕੋਲ ਲੈ ਸਕਦੇ ਹੋ। ਜੇ 15 ਹੈ ਅਤੇ ਗਰੰਟੀ ਅੱਧੇ ਰੇਟ 'ਤੇ, ਜੇ 20 ਹੈ ਅਤੇ 60%। ਉਹ ਜੇ ਤੁਹਾਡੇ ਬਕਸੇ ਲੌਕ ਵੀ ਹਨ, ਤੁਸੀਂ ਕਿਤੋਂ ਵੀ ABC ਤੋਂ ਲਏ ਨੇ, ਸਾਡੇ ਕੋਲ ਲੈ ਆਇਓ। ਅਸੀਂ 99.9% ਕੋਸ਼ਿਸ਼ ਕਰਾਂਗੇ, ਕਿਉਂਕਿ 100% ਕੋਈ ਨਹੀਂ ਹੁੰਦਾ, ਉਹ ਜਿੰਦਰੇ ਤੋੜ ਕੇ ਅਤੇ ਤੁਹਾਨੂੰ ਉਹਦੇ 'ਤੇ ਸਰਵਿਸ ਪਾ ਕੇ ਅਤੇ ਤੁਹਾਡਾ ਸਾਲ ਦਾ ਅੱਧਿਓਂ ਜ਼ਿਆਦਾ ਪੈਸਾ ਬਚਾ ਦੇਵਾਂਗੇ। ਸੋ 647 554 5859 647 554 5859। ਇੱਕ ਹੋਰ ਮੈਂ ਸਪਸ਼ਟ ਅਤੇ ਕਲੀਅਰ ਵਾਦੀ ਹਾਂ, ਪਿਛਲੇ 24 ਸਾਲਾਂ 'ਚ ਮੈਂ ਬੜੇ ਲੋਕਾਂ ਦੇ ਪੈਸੇ ਉਹਨਾਂ ਦੇ ਦੁਕਾਨਾਂ 'ਤੇ ਜਾ ਕੇ ਵਾਪਸ ਦੇ ਕੇ ਆਇਆ। 24 ਸਾਲ ਤੋਂ ਪ੍ਰੋਗਰਾਮ ਕਰਦਾ ਮੈਂ, ਵੱਡਿਆਂ ਨੂੰ ਪਤਾ ਹੈ ਕਿ ਮੈਂ ਪੈਸੇ ਵਾਪਸ ਵੀ ਕਰਕੇ ਆਇਆ। ਜਾਂ ਵੀ ਤੁਹਾਡੀ ਐਡ ਦੇ ਗਾਲਾਂ ਨਹੀਂ ਖਾ ਹੁੰਦੀਆਂ। ਆਹ ਜਿਹੜਾ ਕੰਮ ਆ ਨਾ, ਇਸ ਕੰਮ ਦੇ ਮਾਸਟਰ ਵੀ ਸਾਡੇ ਕੋਲ ਹੈਗੇ ਸੀਗੇ, ਆਏ ਸੀ ਮੇਰੇ ਕੋਲ, ਪਰ ਨਹੀਂ, ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕਿਤੇ ਕੋਈ ਕਿਸੇ ਦੀ ਆਵਾਜ਼ ਬੰਦ ਆ, ਕਿਸੇ ਦੀ ਕੁਛ ਬੰਦ ਆ, ਕਿਸੇ ਦਾ ਕੁਛ ਬੰਦ ਆ, ਪਿੱਛੋਂ ਸਰਵਰ ਬੰਦ ਆ। ਮੰਨ ਲਓ ਕਿ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿਖਾਉਣਾ ਚਾਹੁੰਦਾ, ਮੈਂ ਬੋਲਦਾ ਪਿਆ, ਮੈਂ 1 ਮਿੰਟ ਲਈ ਵੋਲੀਅਮ ਆਪਣੀ ਘੱਟ ਕੀਤੀ ਹੈ, ਹਜ਼ਾਰਾਂ ਚੈਨਲ ਚੱਲਦੇ ਨੇ। ਉਸ ਵਕਤ ਵੀ ਸਰੋਤੇ ਜਿਹਨਾਂ ਨੇ ਬਕਸਾ ਲਿਆ ਚੱਕ ਕੇ ਫੋਨ ਕਰਨਾ ਸੀ, ਭਾਜੀ ਆਵਾਜ਼ ਨਹੀਂ ਆ ਰਹੀ, ਬਾਕੀ ਚੈਨਲ ਦੀ ਆਵਾਜ਼ ਆ ਰਹੀ ਆ, ਮੇਰੀ ਆਵਾਜ਼ ਨਹੀਂ ਆ ਰਹੀ, ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਮੇਰੇ ਫੈਨ ਹੋ। ਇਹ ਮੁਸ਼ਕਲਾਵਾਂ ਸਰਵਿਸ ਪ੍ਰੋਵਾਈਡਰ ਜਿਹੜਾ ਕਰ ਰਿਹਾ ਹੁੰਦਾ ਉਸ ਵਕਤ ਨਹੀਂ ਹੁੰਦੀਆਂ। ਜਿਹੜਾ ਸਰਵਿਸ ਦੇ ਰਿਹਾ ਗਾਂ ਟੈਲੀਵਿਜ਼ਨ ਵਾਲਾ, ਉਹਦੀ ਇੰਡੀਵਿਜੂਅਲ ਹੋ ਸਕਦੀ, ਜਿਵੇਂ ਮੈਂ ਹੁਣ ਆਪਣੀ ਆਵਾਜ਼ ਬੰਦ ਕੀਤੀ ਸੀ ਸਮਝਾਉਣ ਦੇ ਤੌਰ 'ਤੇ। ਇਹ ਮੈਨੂੰ ਪਤਾ ਹੈ, ਬੜਾ ਕੁਝ ਸਾਨੂੰ ਕੋਈ ਸਭ ਇਹਦੀਆਂ ਕੁੰਡੀਆਂ ਹੈਗੀਆਂ, ਬੜੇ ਚਿਰ ਦੇ ਵੱਡੇ ਮਹਾਰਥੀ ਮੇਰੇ ਕੋਲ ਆਏ ਸੀ ਵੀ ਆਪਾਂ ਰਲ ਕੇ ਕਰੀਏ। ਮੈਂ ਕਿਹਾ ਨਹੀਂ, ਪਰ ਅੱਜ ਮਜਬੂਰੀ ਨਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਜਿੰਦਰੇ ਵੀ ਤੋੜ ਦਾਂਗੇ, ਤੁਸੀਂ ਲੈ ਆਇਓ, ਨਾ ਤੋੜ ਸਕਦੇ ਹੋ ਤਾਂ ਡੱਬਾ ਵੀ ਤੁਹਾਨੂੰ ਦੇ ਦਾਂਗੇ। ਹੋਰ ਦੱਸੋ, ਡੱਬਾ ਵੀ ਦੇ ਦਾਂਗੇ।
ਤੁਹਾਨੂੰ ਤੋੜਿਆ ਗਿਆ ਸਾਡੇ ਨਾਲੋਂ, ਇਸ ਕਰਕੇ ਗੁੱਸੇ ਦੇ ਵਿੱਚ ਸ਼ੁਰੂ ਕੀਤਾ, ਪਰ ਬੜਾ ਤੁਸੀਂ ਇੱਜ਼ਤ ਮਾਣ ਦਿੱਤੀ ਹੈ, ਜੋ ਇੱਜ਼ਤ ਸਤਿਕਾਰ ਦਿੱਤਾ, ਮਾਣ ਦਿੱਤਾ, ਪਿਆਰ ਦਿੱਤਾ, ਦੱਸ ਦਿੱਤਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਪਰਿਵਾਰ ਸਾਡੇ ਨਾਲ ਤੋੜੇ ਗਏ ਸੀ, ਉਹਨਾਂ ਨੂੰ ਅਸੀਂ ਜੋੜਤਾ। ਹੁਣ ਉਹਨਾਂ ਨੇ ਪਾ ਦਿੱਤਾ, ਪਰ ਜਿਨ੍ਹਾਂ ਨੇ ਪਾਇਆ, ਫਿਰ ਹੁਣ ਮੈਂ ਪੰਜਾਬੀ 'ਚ ਕਹਾਂ ਲੱਖ ਲਾਹਨਤਾਂ ਹੁਣ ਤੁਹਾਡੇ ਪਾਉਣ ਦੇ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਬੰਦੇ ਟੁੱਟਦੇ, ਤੁਸੀਂ ਕਹਿੰਦੇ 10 ਨਹੀਂ ਤੋੜ ਸਕਦੇ, ਅੱਜ ਫਿਰ ਹਜ਼ਾਰਾਂ ਟੁੱਟਦੇ ਪਏ ਨੇ। ਹੁਣ ਪਾਉਣ ਦਾ ਕੀ ਫਾਇਦਾ? ਹੁਣ ਤਾਂ ਬਸ਼ਰਮ ਆ ਨਾ ਵੀ ਉਹ ਰੁੱਖ ਗਿਆ ਕਹਿੰਦਾ ਛਾਵੇਂ ਬਵਾਂਗੇ। ਤੇ ਜਿਹੜੇ ਇਹ ਕਹਿੰਦੇ ਆ ਕਿ ਇਹ ਵੇਖੋ ਜੀ ਕਈ ਆਏ ਕਈ ਗਏ, 24 ਸਾਲ ਤੋਂ ਪ੍ਰੋਗਰਾਮ ਕਰਦਾ ਮੈਂ, ਤੇ ਦੁਕਾਨਾਂ ਲੱਖਾਂ ਬੰਦ ਹੋਈਆਂ ਨੇ, ਲੱਖਾਂ 24 ਸਾਲਾਂ 'ਚ। ਤੁਸੀਂ ਆਪਣਾ ਸੋਚੋ, ਮੇਰੇ ਬਾਰੇ ਨਾ ਕਹੋ ਕਿ ਕਈ ਆਏ ਕਈ ਗਏ। ਮੈਂ 24 ਸਾਲ ਤੋਂ ਇੱਥੇ ਬੈਠਾ ਤੇ ਮੈਂ ਇੰਨਾ ਕੁ ਦਮ ਰੱਖਦਾ ਕਿ ਜਿਹੜੇ ਮੇਰੇ ਚਾਹੁਣ ਵਾਲਿਆਂ ਨੇ ਮੇਰੇ ਕੋਲ ਸਰਵਿਸ ਲਈ, ਕੋਈ ਅਭੀ ਨਬੀ ਹੋਇਆ ਤੇ ਮੈਂ ਉਹਦੇ ਪੈਸੇ ਵੀ ਵਾਪਸ ਕਰੂੰਗਾ। ਤੁਸੀਂ ਕਰ ਸਕਦੇ ਹੋ, ਤੁਸੀਂ ਤਾਂ ਜਿੰਦਰਾ ਮਾਰ ਕੇ ਭੱਜ ਜਾਣਾ। ਤੁਹਾਡੇ ਵਰਗੇ ਕਈ ਆਏ ਤੇ ਕਈ ਗਏ। ਮੈਂ 24 ਸਾਲ ਤੋਂ ਕੰਮ ਕਰਦਾ। ਸੋ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲੇ ਦੂਜੇ ਦੇ ਘਰਾਂ ਨੂੰ ਪੱਥਰ ਨਹੀਂ ਮਾਰਦੇ, ਇਹ ਸੋਚ ਕੇ ਚੱਲਿਓ। ਪਹਿਲਾਂ ਟੇਢੀ ਉਂਗਲ ਕਰਨੀ ਪਈ, ਸਿੱਧੀ ਉਂਗਲਾਂ ਘਿਓ ਨਹੀਂ ਨਿਕਲਿਆ। ਹੱਥ ਵੀ ਜੋੜੇ, 15 20 25 ਦਿਨ ਤੁਹਾਡੇ ਨਾਲ ਬੇਨਤੀ ਵੀ ਕੀਤੀ। ਮੈਂ ਬੜਾ ਟੇਢਾ ਬੰਦਾ, ਜਿੱਦਾਂ ਦਾ ਬੋਲੋਗੇ ਮੈਨੂੰ ਪਤਾ ਲੱਗ ਜਾਣਾ, ਤੇ ਉੱਦਾਂ ਦਾ ਜਵਾਬ ਮੈਂ ਇੱਥੇ ਦੇਣਾ ਤੁਹਾਨੂੰ। ਜਿੰਦਰੇ ਲਾਏ ਹੋਏ ਬਕਸੇ ਲੈ ਆਇਓ, ਉਹ ਵੀ ਤੋੜਨ ਦਾ ਜਮਾ ਲੈਂਦੇ ਆ। ਜੇ ਨਾ ਟੁੱਟੂਗਾ ਤਾਂ ਫਿਰ ਬਈ ਉਹਨੂੰ ਆਪਾਂ ਤੋੜ ਕੇ ਨਵਾਂ ਦੇ ਦਾਂਗੇ ਤੁਹਾਨੂੰ। ਇੱਦਾਂ ਹੀ ਕਰ ਸਕਦੇ ਨਾ ਆਪਾਂ। 6475545859। ਹਾਂ, ਜਿੰਦੇ ਲੱਗੇ ਵਾਲੇ ਦੀ ਗੱਲ ਕਰਦਾ, ਬਹੁਤਾ ਪੁਰਾਣਾ ਨਹੀਂ, ਜਿਹੜਾ ਉਹ ਹਾਈਬਰਡ ਲਈ ਫਿਰ ਉਹ ਨਹੀਂ, ਜਿੰਦਾ ਜਿਹਨੂੰ ਲੱਗਾ ਹੋਊਗਾ, ਜਿਹਨੂੰ ਲੋਕ ਲੱਗੇ ਹੋਣ, ਉਹਦੀ ਗੱਲ ਕਰਦੇ। 6475545859। ਤੁਸੀਂ ਤਾਂ ਦੁਕਾਨ ਬੰਦ ਕਰਕੇ ਭੱਜ ਜਾਣਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ, ਮਾਲਕ ਦਾ ਵੀ ਨਹੀਂ ਪਤਾ। ਪਰ ਅਸੀਂ ਤਾਂ ਰੋਜ਼ ਇੱਥੇ ਹਾਜ਼ਰ ਹੋਣਾ, ਸਵੇਰੇ ਵੀ ਤੇ ਸ਼ਾਮ ਵੀ, 7 ਦਿਨ। ਅਸੀਂ ਤਾਂ ਨਹੀਂ ਬੰਦ ਕਰ ਦੇਣਾ, ਸਾਡਾ ਨੰਬਰ ਤਾਂ ਉਹੀ ਰਹਿਣਾ, ਤੁਸੀਂ ਤਾਂ ਨੰਬਰ ਵੀ ਚੇਂਜ ਕਰ ਜਾਣੇ ਆ। ਸੋ ਇਹ ਗੱਲ ਕਰਨ ਤੋਂ ਪਹਿਲਾਂ ਮਤ ਸੋਚ ਲਿਓ ਇੱਕ ਵਾਰੀ, ਮੈਂ ਖਿੱਦੂ ਉਹ ਖਿਲਾਰੂੰਗਾ ਤੁਹਾਡਾ, ਵੀ ਜ਼ਿੰਦਗੀ ਭਰ ਯਾਦ ਰੱਖੋਗੇ ਤੁਸੀਂ ਵੀ ਅਸੀਂ ਆਹ ਕਰਦੇ ਰਹੇ, ਇੰਨੀ ਛਿੱਲ ਲਾਉਂਦੇ ਰਹੇ ਹੋ ਤੁਸੀਂ ਲੋਕਾਂ ਦੀ। 6475545859। ਹਾਂਜੀ ਪੱਟੀ ਸਾਹਿਬ ਜੀ ਜੀ। ਸਿੱਧੂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਤੋਂ ਹਿਸਾਬ ਲਿਆ ਜਾਵੇਗਾ, ਕੀ ਕਹਿਣਾ ਚਾਹੋਗੇ? ਨਵਜੋਤ ਸਿੰਘ ਸਿੱਧੂ ਜਿਹੜੀ ਉਹਨਾਂ ਕੱਲ ਗੱਲ ਕੀਤੀ ਆ, ਉਹਦੇ ਵਿੱਚ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਜੀ। ਸਿਸਟਮ ਕਿਆ, ਉਹਨੂੰ ਸਿਸਟਮ ਕਿਹਾ ਤੇ ਸਿਸਟਮ 4 ਨੁਕਸ, ਸਿਸਟਮ 4 ਨੁਕਸ। ਉਹਨੂੰ ਪੁੱਛਿਆ ਗਿਆ ਵੀ ਭਾਈ ਤੁਹਾਡਾ ਧੜਾ ਕਿਹੜਾ? ਕਹਿੰਦਾ ਮੈਂ ਕੋਈ ਡਿਸੀਜੈਂਟ ਨਹੀਂ, 78 ਦੇ 78 MLA ਮੇਰਾ ਧੜਾ, ਬੱਲੇ ਬੱਲੇ, ਮੇਰਾ ਪੀਟ ਬੰਦਾ ਨਹੀਂ। ਉਹਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਪਟਿਆਲੇ ਤੋਂ ਇਲੈਕਸ਼ਨ ਲੜੋਗੇ? ਉਹਨੇ ਕਿਹਾ ਅਸੀਂ ਕਿਸੇ ਦੀ ਸੀਟ ਖੋਣ ਵਾਸਤੇ ਨਹੀਂ ਆਏ, ਅਸੀਂ 117 ਹਲਕਿਆਂ 'ਚ ਪ੍ਰਚਾਰ ਕਰਾਂਗੇ। ਉਹਨੂੰ ਕਿਹਾ ਜੀ ਤੁਸੀਂ ਇਲੈਕਸ਼ਨ ਕਰੋਗੇ? ਕਹਿੰਦੇ ਜੀ ਉਹ ਪੈਸਾ ਪਾਰਟੀ ਕਰੇਗੀ, ਮੈਂ ਥੋੜੀ ਕਰਨਾ। ਜੇ ਅਸੀਂ ਆਪਣੇ ਘਰ ਪੁਸ਼ਤੈਨੀ ਘਰ ਦੇ ਵਿੱਚ ਕੁਛ ਵੀ ਆ ਗਏ ਆ ਕਿਸੇ ਮਜਬੂਰੀ ਨੂੰ ਲੈ ਕੇ, ਤੇ ਲੋਕਾਂ ਨੂੰ ਤਕਲੀਫ ਕਿਉਂ ਹੋ ਰਹੀ ਹੈ? ਅਗਲੀ ਗੱਲ ਸਿੱਧੂ ਨੇ ਗੱਲ ਕੀਤੀ ਵੀ ਜੇ ਮੇਰੀ ਆਖੀ ਮੰਨ ਲੈਂਦੇ, ਜਦੋਂ ਤਲਾਂਗਾ 'ਚ ਮੈਂ ਗਿਆ ਮੇਰੇ ਨਾਲ ਕੋਈ ਮੰਤਰੀ ਨਹੀਂ ਗਿਆ, ਕੋਈ ਸੰਤਰੀ ਨਹੀਂ ਗਿਆ, ਮੈਂ ਉੱਥੇ ਉਹਨਾਂ ਅਫਸਰਾਂ ਨੂੰ ਮਿਲਿਆ, ਉਹਨਾਂ ਬੰਦਿਆਂ ਨੂੰ ਮਿਲਿਆ, ਉਹਨਾਂ ਦੇ ਸੈਕਟਰੀਏਟ ਗਿਆ ਤੇ ਮੈਂ ਜਾ ਕੇ ਮੁੱਖ ਮੰਤਰੀ ਨੂੰ ਕਿਹਾ ਭਾਈ ਤੁਹਾਡੇ ਇੱਥੇ ਕਿੱਥੇ ਨੇ ਉਹ ਬਾਕੀ ਸੈਕਟਰੀ ਸ਼ੁਕਤੀ ਜੇ ਤੁਹਾਡੇ ਸੈਕਟਰੀ ਖਾਲੀ ਪਿਆ? ਕਹਿੰਦਾ ਸਾਡੇ ਜਿਹੜੇ ਬੰਦੇ ਆ ਪਿੰਡਾਂ ਨੂੰ ਜਾ ਕੇ ਕੰਮ ਕਰਦੇ, ਪਿੰਡਾਂ ਵਿੱਚ ਇੱਥੇ ਆਉਣ ਦੀ ਲੋੜ ਨਹੀਂ, ਪਿੰਡਾਂ ਜਾ ਕੇ ਕੰਮ ਕਰਦੇ ਆ। ਉਹ ਕਹਿੰਦਾ ਕਿ ਤਲਾਨਾ ਕੱਲ ਸੂਬਾ 2013 ਸੂਬਾ ਬਣਿਆ ਤੇ ਜਿਹੜੀ ਉਹਦੀ ਇਨਕਮ ਹੈਗੀ ਸੀ ਨਾ ਰਿਸ਼ਤਾ ਦੇ ਤੋਂ ਸਿਰਫ ਇੱਕ ਦਰਿਆ ਤੋਂ ਉਹ 2500 ਕਰੋੜ ਆ, ਸਾਡੀ 50 ਸਾਲਾਂ ਜਿਹੜੀ 800 ਕਰੋੜ। ਸਾਡੇ ਕੋਲ 3 ਦਰਿਆ ਨੇ। ਇਸੇ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਕੋਈ ਕਾਰਪੋਰੇਸ਼ਨ ਬਣਾ ਕੇ ਕਿਸੇ ਤਰੀਕੇ ਨਾਲ ਕੰਮ ਕਰੋ, ਕਿਉਂਕਿ ਸਾਡਾ ਇੱਥੋਂ ਬੜਾ ਮਸਲਾ ਹੋ ਸਕਦਾ। ਉਹਨੇ ਕਿਹਾ ਐਕਸਾਈਜ਼ ਜਿਹੜੀ ਹੈ
एक्साइज बारे मैं क्या कि अपने ठेके खोलो, जे अपने ठेके खोलोगे तो घट्टो घੱਟ 40,000 ਬੰਦਿਆਂ ਨੂੰ ਤੁਸੀਂ ਸਿੱਧਾ ਰੁਜ਼ਗਾਰ ਦੇ ਸਕਦੇ ਹੋ। ਉਹਨੇ ਕਿਹਾ ਬਿਨਾਂ ਪਰਮਿਟ ਬੱਸਾਂ ਜਿਹੜੀ ਚੱਲਦੀਆਂ ਖਾਸ ਕਰਕੇ ਬਾਦਲਾਂ ਦੀਆਂ, ਉੱਥੇ 75-25 ਨਾ ਕਰੋ ਤੁਸੀਂ, ਉਹਦੀ ਗੱਲ ਨਾ ਕਰੋ ਤੁਸੀਂ, ਉਹ ਬੱਸਾਂ ਬਿਨਾਂ ਪਰਮਿਟ ਤੋਂ ਬੰਦ ਹੋਣੀਆਂ ਚਾਹੀਦੀਆਂ। ਉਹਨੇ ਕਿਹਾ ਅੱਗੇ ਟਾਈਮ ਟੇਬਲ ਲੱਖੀ ਬਣਾਉਣਾ ਰਹੀ, ਲੱਖੀ ਤੁਸੀਂ ਭਜਾਤਾ ਹੁਣ। ਬੇਸਿਕਲੀ ਹਰਜੀਤ ਸਿੰਘ ਲਿਬੜਾ ਹੈਗੇ ਨੇ, ਲਿਬੜਾ ਟਰਾਂਸਪੋਰਟ ਦੇ ਮਾਲਕ, ਉਹਨਾਂ ਨੇ ਇੱਕ ਦਿਨ ਮੇਰੇ ਗੱਲ ਕੀਤੀ, ਮੈਨੂੰ ਕਹਿੰਦੇ ਜਦੋਂ ਇਹਨਾਂ ਬਾਦਲਾਂ ਕੋਲ ਸਿਰਫ 2700 ਕਿਲੋਮੀਟਰ ਪੰਜਾਬ 'ਚ ਰੂਟ ਹੁੰਦਾ ਸੀ, ਸਾਡੇ ਕੋਲ 27,000 ਕਿਲੋਮੀਟਰ ਸੀ, ਤੇ ਬੀਬੀ ਜਿਹੜੀ ਸਿੰਦਰ ਕੌਰ ਸੀ ਸਾਡੇ ਪਿੱਛੇ ਬੜੀ ਪਈ ਸੀ ਵੀ ਮੈਂ ਟਰਾਂਸਪੋਰਟ ਬੰਦ ਕਰਵਾਉਣੀ, ਤੇ ਲੇਕਿਨ ਸਾਡੇ ਵੀ ਸੈੱਲ ਹੈਗੇ ਸੀ, ਨਹੀਂ ਬੰਦ ਹੋ ਦਿੱਤੀ। ਲੇਕਿਨ ਉਹਨੇ ਜਿਹੜੇ ਸੀ ਕਈ ਰੂਟ ਬੰਦ ਕਰਕੇ, ਕਈ ਕੁਛ ਕਰਕੇ ਆਪਣੇ ਰੂਟ ਚਲਾਏ। ਉਹ ਕਹਿੰਦੇ ਵੀ ਆਮ ਤੌਰ ਤੇ ਟਾਈਮ ਟੇਬਲ ਜਿਹੜਾ ਵਾ 6 ਮਹੀਨੇ ਬਾਅਦ, ਸਾਲ ਬਾਅਦ ਰਿਵਾਈਜ਼ ਹੁੰਦਾ, ਸਾਰੇ ਨੂੰ ਬੁਲਾ ਕੇ ਵੀ ਟਾਈਮ ਟੇਬਲ ਰਿਵਾਈਜ਼ ਕਰਨਾ, ਦੱਸੋ ਕੀ ਕਰੀਏ। ਇੱਥੇ ਤਾਂ ਦੂਜੇ ਦਿਨ ਟਾਈਮ ਟੇਬਲ ਰਿਵਾਈਜ਼ ਹੁੰਦਾ ਸੀ, ਜਿਸ ਪਾਸੇ ਵੇਖੋ ਜੀ ਭੀੜ ਜ਼ਿਆਦੀ ਆ ਉਧਰ ਬਾਦਲ ਬਸੰਤ ਟਾਈਮ ਦੇ, ਬਾਕੀ ਦੂਜੇ ਪਾਸੇ ਕਰਦੇ ਤੁਸੀਂ। ਇਸ ਕਰਕੇ ਉਹਨੇ ਕਿਹਾ ਟਾਈਮ ਟੇਬਲ ਜਿਹੜਾ ਬਣਨਾ ਉਹ ਟਾਈਮ ਟੇਬਲ ਬਣੇ, ਨਾ ਕਿ ਰੱਦੀ ਦੀ ਟੋਕਰੀ ਕਿ ਅੱਜ ਬਣਿਆ ਤੇ ਉਹਦੇ ਸਿਰ ਨੂੰ ਬਣਾ ਦਿਓ ਤੁਸੀਂ। ਮਾਈਨਿੰਗ ਪਾਲਿਸੀ ਜਿਹੜੀ ਆਪਾਂ ਗੱਲ ਕੀਤੀ ਅੱਗੇ, ਮਾਈਨਿੰਗ ਪਾਲਿਸੀ ਦੇ ਉੱਤੇ ਹੀ ਪਾਲਿਸੀ ਬਣਾਓ ਤਾਂ ਕਿ ਦੇਸ਼ ਨੂੰ ਫਾਇਦਾ ਹੋ ਸਕੇ, ਸਾਡੇ ਪੰਜਾਬ ਸੂਬੇ ਨੂੰ ਫਾਇਦਾ ਹੋ ਸਕੇ। ਉਹਨੇ ਕਿਹਾ ਮੈਂ ਕਿਤੇ ਨਹੀਂ ਨਾ, ਜੋ ਮਰਜ਼ੀ ਹੋ ਜਾਏ, ਮੈਂ ਪੰਜਾਬ ਵਾਸਤੇ ਖੜਾ ਵਾਂ, ਪੰਜਾਬ ਵਾਸਤੇ ਜਿੰਦਾ ਵਾਂ, ਤੇ ਪੰਜਾਬ ਵਾਸਤੇ ਲੜਨਾ ਤੇ ਪੰਜਾਬ ਵਾਸਤੇ ਮਰਨਾ ਜੀ। ਗੁਲਾਬ ਨਬੀ ਆਜ਼ਾਦ, ਚਲੋ ਨਵਜੋਤ ਸਿੱਧੂ ਦੀ ਹੁਣ ਵੇਖੋ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਉਹ ਜਿਹੜੇ ਮੁੱਦੇ ਉਹਨੇ ਲਏ ਨੇ, ਜੇ ਇਕੱਲੇ ਆਪਾਂ ਮੁੱਦਿਆਂ ਦੇ ਗੱਲ ਕਰ ਲਾ ਪਏ ਵੀ ਮੁੱਦੇ ਬੜੇ ਵਧੀਆ, ਜੇ ਆਪਾਂ ਇਹ ਗੱਲ ਕਹੀ ਤਾਂ ਲੋਕਾਂ ਕਹਿਣਾ ਅਸੀਂ ਪੱਖ ਪੂਰਦੇ ਹਾਂ, ਹੈ ਨਾ, ਫਿਰ ਅਸੀਂ ਉਹ ਕੈਟਾਗਰੀ 'ਚ ਆਏ ਨੇ। ਅਤੇ ਜਿਹੜਾ ਉਹਨੇ ਗੱਲ ਕਹੀ ਹੈ, ਵੈਸੇ ਜੇ ਉਹਦੀ ਐਨਾਲਿਸਿਸ ਕਰੋ ਤੁਸੀਂ, ਠੋਕ ਵਜਾ ਕੇ ਉਹਨੂੰ ਵੇਖੋ, ਤਾਂ ਉਹਦੇ ਵਿੱਚ ਕੋਈ ਬੁਰਾਵਾਂ ਤਾਂ ਹੈ ਨਹੀਂ। ਜਿਵੇਂ ਉਹਨੇ ਠੇਕੇ ਜਿਹੜੇ ਨੇ ਸਰਕਾਰੀ ਕਰਨ ਦੀ ਗੱਲ ਕੀਤੀ ਆ, ਤੁਸੀਂ ਮਾਈਨਿੰਗ ਦੀ ਗੱਲ ਕੀਤੀ ਆ, ਉਹ ਤੁਸੀਂ ਹੋਰ ਕੋਈ ਚੀਜ਼ਾਂ ਵੇਖੋ ਜਿਹੜੀਆਂ ਉਹ ਲੈ ਕੇ ਆਇਆ, ਜਿਸ ਤਰੀਕੇ ਦੇ ਨਾਲ ਉਹਨਾਂ 'ਤੇ ਵਰਕ ਹੋਵੇ ਤੇ ਡੈਫੀਨੇਟਲੀ ਮਤਲਬ ਸੂਬਾ ਰਨ ਵੀ ਵਧੀਆ ਤਰੀਕੇ ਨਾਲ ਹੋ ਸਕਦਾ। ਜੇ ਦਿੱਲੀ ਦੇ ਵਿੱਚ ਹੋ ਸਕਦਾ ਤੇ ਇੱਥੇ ਕਿਉਂ ਨਹੀਂ ਹੋ ਸਕਦਾ? ਜੀ 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 ਹਾਂਜੀ, ਇੱਥੋਂ ਦੇ ਜਿੰਨਾ NRI ਹੈਲਪ ਕਰਦਾ ਨਾ ਪੰਜਾਬ ਦੀ, ਜਿੰਨਾ NRI ਹੈਲਪ, ਮਤਲਬ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ, ਕਸਬਿਆਂ 'ਚ ਜਾਂਦੇ ਹੋ, ਜੋ NRI ਹੁਣ ਬੰਦ ਦੁਕਾਨਦਾਰ ਵੇਖੋ ਕਿੰਨਾ ਦੇ ਉਹਨਾਂ ਦੇ ਮੂੰਹ ਮੁਰਝਾਏ ਹੋਣੇ ਆ। ਜਦੋਂ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਪੰਜਾਬੀ ਜਾ ਕੇ ਉੱਥੇ ਖਰੀਦਦਾਰੀ ਕਰਦੇ ਆ, ਹਰ ਥਾਂ ਦੇ ਉੱਤੇ ਜਿਹੜੀ ਉਹ ਜਾ ਕੇ ਆਪਣਾ ਯੋਗਦਾਨ ਪਾਉਂਦੇ ਨੇ। ਬਾਕੀ ਸੂਬੇ ਉਹਨਾਂ ਨੂੰ, ਗੁਜਰਾਤ ਦੇ ਵਿੱਚ ਵੀ ਹੈਗੇ ਨੇ ਤੇ ਹਰਿਆਣਾ ਦੇ ਵਿੱਚ ਵੀ ਹੈਗੇ ਨੇ, ਤੇ ਖਾਸ ਤੌਰ 'ਤੇ ਸਭ ਤੋਂ ਵੱਡੀ ਤਾਦਾਦ ਤੇ ਪੰਜਾਬ ਦੇ ਵਿੱਚ ਹੈ। ਐਵੇਂ ਦੀ ਸੰਮਤ ਪਾਤਰਾਂ ਨੇ ਸਾਨੂੰ ਬੰਬ ਦੇ ਕਣੂ ਬੰਬ ਕਹਿ ਦਿੱਤਾ ਸੀ ਵੀ ਇਹ ਆਉਂਦੇ ਨੇ, ਖੇਡਾਂ ਕਰਾਉਂਦੇ ਆ, ਮੇਲੇ ਕਰਾਉਂਦੇ ਆ। ਉਹ ਖੇਡਾਂ ਕਰਾਉਂਦੇ, ਮੇਲੇ ਕਰਾਉਣ ਦੇ ਬਾਰੇ ਪਤਾ, ਬਾਕੀ ਉਹ ਜਿਹੜੇ ਆਉਂਦੇ ਇਕਨੋਮੀ ਨੂੰ ਕਿੰਨਾ ਹਿੱਸਾ ਪਾਉਂਦੇ ਨੇ ਇਹ ਨਹੀਂ ਪਤਾ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਿੰਨੇ ਢਾਬਿਆਂ ਦੇ ਮਾਲਕ ਮਾਲਾ ਮਾਲ ਹੋਏ ਨੇ, ਇਹ ਨਹੀਂ ਪਤਾ ਉਹਨਾਂ ਨੂੰ। ਜੇ ਇਹੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਾਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਤਰਨ ਦੀ ਆਗਿਆ ਹੋਵੇ ਤੇ ਉਹ ਸਾਰੇ ਦਾ ਸਾਰਾ ਜਿਹੜਾ ਧਨ ਵਾ ਉਹ ਪੰਜਾਬ ਦੇ ਵਿੱਚ ਹੀ ਮੁੜ ਕੇ ਖਪਤ ਹੋਵੇ। ਜਿਹੜੀ ਉੱਥੋਂ ਸਾਨੂੰ ਦਿੱਲੀ ਤੋਂ ਆਉਣ ਲੱਗਿਆ ਪੰਜਾਬ ਤੱਕ ਜਿਹੜੀ ਰਾਹ ਦੇ ਵਿੱਚ ਸਾਡੀ ਜਿਹੜੀ ਛੇਲ ਲੜਾਈ ਜਾਂਦੀ ਹੈ, ਉਹ ਛੋਟੀ ਜਿਹੀ ਛੇਲ ਨਹੀਂ ਗੀ ਪੱਟੀ ਸਾਹਿਬ, ਬਹੁਤ ਵੱਡੀ, ਉਹ ਅਰਬਾਂ ਦੀ ਛੇਲ ਆ, ਅਰਬਾਂ ਦੀ ਮਤਲਬ ਦੇਖਿਆ ਜਾਵੇ ਸਭ ਕੁਝ ਹੋ ਸਕਦਾ। ਖੈਰ ਨਹੀਂ ਵੇ, ਗੁਲਾਬ ਨਬੀ ਆਜ਼ਾਦ ਤੇ ਇੱਕ ਵਾਰੀ ਫਿਰ ਤੋਂ ਮਿਹਰਬਾਨ ਨੇ ਬੜੀ ਸਰਕਾਰ, ਲਿਊਟਿਨਸ ਬੰਗਲੇ ਵਿੱਚ ਰਹਿਣ ਦੀ ਆ ਗਿਆ। ਕਿਆ ਬਾਤ, ਕੀ ਕਹਿਣਾ ਚਾਹੋਗੇ? ਇਹ ਬੜਾ ਤਗੜਾ ਬੰਗਲਾ, ਬੜਾ ਤਗੜਾ ਹੈ। ਗੁਲਾਮ ਨਬੀ ਆਜ਼ਾਦ ਦੇ ਸਰ ਪਰਵਾਨੇ ਦੀ ਆਸੀ ਅੱਜ ਵੀ ਬਾਕੀ ਆਗੂਆਂ ਦੇ ਮੁਕਾਬਲੇ ਗੁਲਾਮ ਨਬੀ ਆਜ਼ਾਦ ਨੂੰ ਜੰਮੂ ਕਸ਼ਮੀਰ ਤੇ ਵਧੇਰੇ ਪਸੰਦ ਕੀਤਾ ਜਾਂਦਾ। ਤੇ ਗੁਲਾਮ ਨਬੀ ਆਜ਼ਾਦ ਦੀ ਟੈਨਿਓਰ ਜਿਹੜੀ ਫਰਵਰੀ 'ਚ ਖਤਮ ਹੋ ਗਈ ਸੀ, ਤੁਹਾਨੂੰ ਪਤਾ ਸੀ ਇਹਨਾਂ ਨੂੰ ਵਿਧਾਇਕੀ ਮੋਦੀ ਸਾਹਿਬ ਨੇ ਹਾਊਸ ਤੇ ਰੋ ਕੇ ਦਿੱਤੀ ਸੀ ਕਿ ਅਸੀਂ ਇੱਕ ਬੜਾ ਵਧੀਆ ਸਾਥੀ ਸਾਨੂੰ ਜਾ ਰਹੇ ਸੀ। ਉਦੋਂ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਗੁਲਾਮ ਨਬੀ ਆਜ਼ਾਦ ਨੂੰ BJP ਦੇ ਕੋਟੇ 'ਚ ਕੋਈ ਰਾਜ ਸਭਾ ਸੀਟ ਦਿੱਤੀ ਜਾਊਗੀ।
ਪਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਬੀਜੇਪੀ ਜਾ ਰਹੇ ਹੋ। ਉਹਨਾਂ ਕਿਹਾ ਨਾ, ਮੈਂ ਕਾਂਗਰਸੀ ਸੀ, ਕਾਂਗਰਸੀ ਹਾਂ, ਕਾਂਗਰਸੀ ਰਹੀ। ਜਿਹੜੇ 23 ਜੀ ਉਹਨਾਂ 'ਚ ਇਹਨਾਂ ਦਾ ਨਾਂ ਵੀ ਸ਼ਾਮਲ ਸੀਗੇ ਤੇ ਇਹਨਾਂ ਨੇ ਕਾਂਗਰਸ ਲੱਗੀ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਸਾਨੂੰ ਵਾਪਸ ਲਿਆਏ। ਹੁਣ ਇਹਨਾਂ ਤੇ ਮਿਹਰਬਾਨੀ ਕੀਤੀ ਹੈ, ਜਦੋਂ ਕੋਈ ਰਾਜ ਸਭਾ ਮੈਂਬਰ ਰਿਟਾਇਰ ਹੁੰਦਾ ਉਹਨੂੰ 1 ਮਹੀਨੇ 'ਚ ਕੋਠੀ ਖਾਲੀ ਕਰਨੀ। ਇਹਨਾਂ ਦੀ ਜੱਜ ਸੁਰੱਖਿਆ ਵੀ ਬਹਾਲ ਆ। ਇਹਨਾਂ ਨੂੰ ਮੋਦੀ ਸਾਹਿਬ ਨੇ ਕਹਿਤਾ ਵੀ ਅਗਲੇ ਹੁਕਮਾਂ ਤੱਕ ਤੁਸੀਂ ਇਸ ਲੁਕਿੰਗ ਜਿਹੜੀਆਂ ਕੋਠੀਆਂ ਹੈਗੀਆਂ ਸਾਡੀਆਂ ਉੱਥੇ ਤੁਸੀਂ ਰਹਿ ਸਕਦੇ। ਉੱਥੇ ਮੁਰਲੀ ਮਨੋਹਰ ਜੋਸ਼ੀ ਵੀ ਆ, ਉੱਥੇ ਅਡਵਾਨੀ ਵੀ ਆ, ਜਿਨ੍ਹਾਂ ਕੋਲ ਕੋਈ ਅਹੁਦਾ ਨਹੀਂ। ਉਹਦੀ ਪੈਰ ਥੱਲੇ ਇਹਨਾਂ ਨੂੰ ਆਜ਼ਾਦ ਦਿੱਤੀ ਗਈ ਹੈ। ਲੇਕਿਨ ਆਪਾਂ ਅੱਗੇ ਗੱਲ ਕੀਤੀ ਸੀ ਕਿ ਤਾਮਿਲਨਾਡੂ ਦੇ ਰਾਹੀਂ ਗੁਲਾਮ ਨਬੀ ਆਜ਼ਾਦ ਨੂੰ ਕਾਂਗਰਸ ਦੇ ਮੁੜ ਰਾਜ ਸਭਾ 'ਚ ਲਿਆਉਣ ਦਾ ਫੈਸਲਾ ਕਰ ਲਿਆ। ਦੂਸਰੇ ਪਾਸੇ ਜਿਹੜੀ ਗੁਪਕਾਰ ਗੱਠਜੋੜ ਜਿਹੜੀ ਮੀਟਿੰਗ ਉਹਨਾਂ ਦੀ ਹੋਈ ਆ, ਉਹਨਾਂ ਦੀ 24 ਨੂੰ ਦਿੱਲੀ 'ਚ ਮੀਟਿੰਗ ਆ ਪ੍ਰਧਾਨ ਮੰਤਰੀ ਦੀ। ਕਿਉਂਕਿ ਜਿਹੜੇ ਭਾਜਪਾ ਵਾਲੇ ਜਾ ਕੇ ਸੀ ਰੋਏ ਸੀ, ਬੀਜੇਪੀ ਵਾਲੇ ਜਿਹੜੇ ਸੀ ਜੰਮੂ ਕਸ਼ਮੀਰ, ਤੁਸੀਂ ਕੀਤਾ ਕੀ ਆ? ਇੱਕ ਪੂਰੀ ਸਟੇਟ ਨੂੰ ਤੁਸੀਂ ਅਧੂਰੀ ਸਟੇਟ ਬਣਾਤਾ। ਹੁਣ ਉਹਦੇ ਵਿੱਚ ਮੋਦੀ ਸਾਹਿਬ ਨੇ ਮੀਟਿੰਗ ਕਾਲ ਕਰ ਲਈ ਆ, ਸ਼ਾਹ ਜੀ ਨੇ ਮੀਟਿੰਗ ਕਾਲ ਕਰ ਲਈ ਆ। ਉਮੀਦ ਆ ਕਿ 24 ਜੂਨ ਨੂੰ ਕਸ਼ਮੀਰ ਦਾ ਫੈਸਲਾ ਕਰ ਦਿੱਤਾ ਜਾਵੇ ਕਿ ਜਿਹੜਾ ਲਦਾਖ ਦਾ ਇਲਾਕਾ ਕੀਤਾ ਵੱਖਰਾ, ਉਹ ਵੱਖਰਾ ਰਹੇਗਾ। ਲੇਕਿਨ ਜੰਮੂ ਕਸ਼ਮੀਰ ਨੂੰ ਫਿਰ ਪੂਰਾ ਸਟੇਟ ਦਾ ਦਰਜਾ ਦੇ ਕੇ ਉੱਥੇ ਚੋਣ ਕਰਾਈ ਜਾਵੇ। ਉਹਦੇ ਵਿੱਚ ਮਹਿਬੂਬਾ ਮੁਫਤੀ ਹਾਲ ਦੀ ਘੜੀ ਜਿਹੜੀ ਨਾਰਾਜ਼ ਆ, ਸ਼ਾਇਦ ਉਹ ਨਾ ਆਵੇ, ਲੇਕਿਨ ਉਹਦਾ ਆਗੂ ਇੱਕ ਬੰਦ ਸੀ, ਜੇਲ੍ਹ ਤੋਂ ਛੱਡ ਦਿੱਤਾ ਗਿਆ ਤੇ ਉਹ ਆ ਜਾਏ, ਚੰਗੀ ਗੱਲ, ਤਾਂ ਕਿ ਫੈਸਲਾ ਸਰਬਸੰਮਤੀ ਨਾਲ ਹੋ ਸਕੇ। ਉਮੀਦ ਹੈ ਵੀ ਇਹਦੀ ਜੰਮੂ ਕਸ਼ਮੀਰ ਦੀ ਚੋਣ ਵੀ ਪੰਜਾਬ ਦੇ ਨਾਲ ਹੀ ਕਰਾ ਜਾਵੇਗੀ ਜੀ। ਜੇ ਕਰਾ ਦਿੱਤੀ ਜਾਵੇ ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਉੱਥੋਂ ਦੇ ਬੀਜੇਪੀ ਦੇ ਆਗੂਆਂ ਨੂੰ ਕਿ ਚੰਗਾ ਕੀਤਾ ਤੁਸੀਂ ਜਾ ਕੇ ਰੌਲਾ ਪਾਇਆ ਤੇ ਤੁਹਾਡੀ ਆਖੀ ਮੰਨ ਲੇਗੀ। ਕਿ ਤੁਹਾਨੂੰ ਪਤਾ ਹੈ 6 ਮਹੀਨੇ ਪਹਿਲਾਂ ਇੱਕ ਵਾਰੀ ਸ਼ਾਹ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਜਲਦੀ ਅਸੀਂ ਜੰਮੂ ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਦੇਵਾਂਗੇ। ਉਹਨਾਂ ਨੇ ਵਾਅਦਾ ਕੀਤਾ, ਹੁਣ ਪੂਰਾ ਕਰਨ ਜਾ ਰਹੇ ਆ। ਜੇ ਕਿਤੇ ਅਧੂਰਾ ਰਾਜ ਰਹਿੰਦਾ, ਅੱਜ ਦੀ ਡੇਟ ਦੇ ਵਿੱਚ ਦਿੱਲੀ ਦੇ ਵਿੱਚ ਜੇ ਆਪਣੇ ਕੇਜਰੀਵਾਲ ਆ, ਉਹਦੇ ਵਿੱਚ ਉਹਦੇ ਕੋਲ ਸਿਰਫ 45% ਤਾਕਤ ਹੈ। ਅਧਿਕਾਰ 45% ਆ, 55% ਰਾਜਪਾਲ ਕੋਲ ਹੈ ਤੇ 45 ਵਾਲਾ ਕੀ ਕਰੂ ਉੱਥੇ? ਇਸ ਕਰਕੇ ਜੰਮੂ ਕਸ਼ਮੀਰ ਨੂੰ ਪੂਰਾ ਰਾਜ ਦਾ ਦਰਜਾ ਦਿੱਤਾ ਜਾਏਗਾ। ਉਹਦੇ ਵਿੱਚ ਹੁਣ ਪਾਕਿਸਤਾਨ ਦੀ ਭਾਰੀ ਬਣੀ ਹੈ ਕਿ ਇਹ ਰਾਜ ਦਾ ਦਰਜਾ ਦਿੱਤਾ ਤੇ ਲੋਕਾਂ ਨੇ ਫਿਰ ਉੱਧਰ ਜੁੜਦੇ, ਸਾਡੀ ਕੀ ਸੁਣੀ ਜੀ। ਪਾਟਿਲ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅੱਜ ਇੰਨਾ ਕੀ ਸਾਰਾਂਗੇ ਤੇ ਫਿਰ ਆਪਾਂ ਕੱਲ ਹਾਜ਼ਰ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।